ਪੰਥਕ ਸੇਵਾ ਦਲ ਮੁਖੀ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਚੋਣਾਂ ਵਿੱਚ 2 ਸਾਲ ਬੇਮਿਸਾਲ ਦੇ ਕੀਤੇ ਦਾਅਵੇ ਉੱਪਰ ਉਹਨਾਂ ਦੇ ਕਾਰਜਕਾਲ ਨੂੰ ਹੀ ਆਧਾਰ ਬਣਾ ਬਕਾਇਦਾ ਦਲੀਲਾਂ ਸਮੇਤ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ 8 ਸਾਲ ਤੋਂ ਸੱਤਾ ਵਿੱਚ ਹਨ, ਪਰ ਢੋਲ ਸਿਰਫ 2 ਸਾਲ ਦਾ ਹੀ ਸਿਰਸਾ ਜੀ ਵਜਾ ਰਹੇ ਹਨ। ਇਹ ਬੇਮਿਸਾਲ ਕਿਵੇਂ ਹਨ ਜਦੋਂ ਕਿ ਗੁਰੂ ਦੀ ਗੋਲਕ ਦਾ ਕੋਈ ਹਿਸਾਬ ਨਹੀਂ। ਕਥਿਤ ਗੜਬੜੀਆਂ ਘੁਟਾਲਿਆਂ ਦੇ ਇਲਜ਼ਾਮ ਇਹਨਾਂ ਤੇ ਲੱਗੇ ਹਨ। ਸਕੂਲਾਂ ਦਾ ਸਟਾਫ ਤਨਖਾਹਾਂ ਲਈ ਧਰਨੇ ਮਾਰ ਰਿਹਾ ਹੈ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਤੱਥ ਗਣਾ ਕੇ ਸਿਰਸਾ ਸਾਹਿਬ ਦੇ 2 ਸਾਲ ਬੇਮਿਸਾਲ ਦੇ ਦਾਅਵੇ ਦੀ ਹਵਾ ਕੱਢੀ ਹੈ ਅਤੇ 2 ਸਾਲ ਬੇਮਿਸਾਲ ਦਾ ਜੁਮਲਾ ਸੰਗਤ ਨੂੰ ਜੋ ਸੁਣਾ ਰਹੇ ਹਨ ਉਸ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜਕੱਲ ਜੋ ਨਵਾਂ ਜੁਮਲਾ ਛੜਿਆ ਸਿਰਸਾ ਸਾਹਿਬ ਨੇ 2 ਸਾਲ ਬੇਮਿਸਾਲ, ਮੈਨੂੰ ਕਹਿੰਦੇ ਵੀ ਸੰਗਤ ਜੀ ਬੜਾ ਅਜੀਬ ਲੱਗ ਰਿਹਾ ਹੈ। ਕੱਲ ਮੇਰੀ ਇੱਕ ਭੈਣ ਮੈਨੂੰ ਮਿਲੀ, ਉਸ ਭੈਣ ਨੇ ਇੰਨੀ ਗੱਲ ਕੀਤੀ ਕਿ ਵੀਰ ਜੀ ਇਹ ਜਿਹੜਾ 2 ਸਾਲ ਬੇਮਿਸਾਲ ਦਾ ਮਤਲਬ ਪਿੱਛੇ ਸਿੱਖ ਸੇਵਾ ਹੀ ਨਹੀਂ, ਕਿਸੇ ਖਾਨੇ ਕੋਈ ਸੇਵਾ ਨਹੀਂ ਕੀਤੀ। ਇਹ ਬੜੀ ਇੱਕ ਸ਼ਰਮਨਾਕ ਜੀ ਗੱਲ ਲੱਗੀ ਮੈਨੂੰ। ਬਲਕਿ ਮੈਂ ਕਿਸੇ ਦੇ ਪ੍ਰਤੀ ਜੋ ਮੇਰਾ ਇੱਕ ਨਿੰਦਿਆ ਦੀ ਭਾਵਨਾ ਨਹੀਂ ਹੁੰਦੀ, ਲੇਕਿਨ ਅਸਲੀਅਤ ਦਿਖਾਣੀ ਸੰਗਤ ਨੂੰ ਬੜੀ ਜ਼ਰੂਰੀ ਹੈ। ਔਰ ਸਿਰਸਾ ਸਾਹਿਬ ਨੂੰ ਖਾਸ ਤੌਰ ਨਾਲ ਸ਼ੀਸ਼ਾ ਦਿਖਾਣਾ ਜ਼ਰੂਰੀ ਹੈ ਕਿ ਜੋ 2013 ਵਿੱਚ ਇਹ ਆਏ ਔਰ ਉਸ ਤੋਂ ਬਾਅਦ ਜੋ ਉਹਨਾਂ ਦੇ 8 ਸਾਲ ਦਾ ਕਾਰਜਕਾਲ ਰਿਹਾ, ਉਹਦੇ ਬਾਰੇ ਸੰਗਤ ਜੀ ਮੈਂ ਕੋਈ ਤੁਹਾਨੂੰ ਜਾਣਨਾ ਪਾਉਣਾ ਚਾਹੁੰਦਾ ਕਿ ਕਿਵੇਂ ਇਹਨਾਂ ਨੇ ਕਿਸ ਪ੍ਰਕਾਰ ਨਾਲ ਜੋ ਹੈ ਉਹ ਠੱਗੀਆਂ ਕੀਤੀਆਂ, ਹੇਰਾਫੇਰੀਆਂ ਕੀਤੀਆਂ। ਸਭ ਤੋਂ ਪਹਿਲਾਂ ਤਾਂ ਦੇਖੋ ਜੋ ਗੁਰਦੁਆਰਾ ਦਾ ਰੱਖ ਰਖਾਓ ਸੀ ਉਹਦੇ ਬਾਰੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਜਿਹੜਾ 2 ਸਾਲ ਬੇਮਿਸਾਲ ਕਰ ਰਹੇ ਹਨ, ਉਹਨਾਂ ਨੂੰ ਪੁੱਛੋ ਕਿ 6 ਸਾਲ ਕਿੱਥੇ ਗਏ ਤੁਹਾਡੇ। ਸਭ ਤੋਂ ਵੱਡਾ ਪੁਆਇੰਟ ਹੈ ਕਿ ਜੋ ਗੁਰਦੁਆਰੇ ਦੇ ਅਕਾਊਂਟਸ ਨੇ, ਉਹ ਅਕਾਊਂਟਸ ਦਾ ਕੋਈ ਹਿਸਾਬ ਕਿਤਾਬ ਨਹੀਂ, ਕੋਈ ਆਡਿਟ ਨਹੀਂ ਹੋਇਆ। ਕਿਸੇ ਅੱਛੀ ਕੰਪਨੀ ਦੇ ਆਡਿਟ ਕਰਾਉਣ ਔਰ ਦੁੱਧ ਔਰ ਪਾਣੀ ਦਾ ਪਾਣੀ ਹੋਇਆ। ਦੂਸਰਾ, ਇੱਕ ਇਹਨਾਂ ਨੇ ਵਾਅਦਾ ਕੀਤਾ ਸੀ 2013 ਵਿੱਚ, ਜੋ ਅੱਜ ਦਾ ਸਭ ਤੋਂ ਝੂਠਾ ਵਾਅਦਾ ਸਾਬਤ ਹੋਇਆ, ਬਾਲਾ ਸਾਹਿਬ ਹਸਪੀਟਲ ਦਾ। ਕੋਈ ਇਹਨਾਂ ਨੂੰ ਪੁੱਛੇ ਭਾਈ ਬਾਲਾ ਸਾਹਿਬ ਹਸਪੀਟਲ ਤੁਸੀਂ ਬਣਾ ਰਹੇ ਹੋ, ਕਿੱਥੇ ਗਿਆ? ਉਹ ਤੇ ਇੱਕ ਵਾਅਦਾ ਸੀ ਸੰਗਤਾਂ ਨੂੰ ਕਿ ਇੱਕ ਮਲਟੀ ਜੋ ਫੈਸਿਲਿਟੀਜ਼ ਸੰਗਤਾਂ ਨੂੰ ਪ੍ਰਾਪਤ ਹੋਏਗੀ ਔਰ ਵੱਡੇ ਪੱਧਰ ਦਾ ਹਸਪੀਟਲ ਬਣੇਗਾ, 550 ਬੈੱਡ ਦਾ ਬਣੇਗਾ। ਅੱਜ ਤੁਸੀਂ ਡਾਇਲਿਸਿਸ ਹਸਪੀਟਲ ਬਣਾ ਦਿੱਤਾ। ਫਿਰ ਉਸ ਤੋਂ ਬਾਅਦ ਤੁਸੀਂ ਆ ਜਾਓ ਐਜੂਕੇਸ਼ਨ ਤੇ। ਐਜੂਕੇਸ਼ਨ ਦਾ ਪੱਧਰ ਇੰਨਾ ਡਾਊਨ ਹੋ ਗਿਆ ਕਿ ਕਿਸੇ ਟਾਈਮ ਤੁਸੀਂ ਦੇਖੋ 2000 ਮੈਂ ਸਮਝਦਾ 11 ਤੱਕ 12 ਤੱਕ ਸਾਡੇ ਸਕੂਲ ਵਿੱਚ ਸਿਰਫ ਬੱਚਿਆਂ ਦੀ ਗਿਣਤੀ 30,000 ਦੇ ਕਰੀਬ ਸੀ। ਅੱਜ ਉਹ ਕੀ ਹੋ ਗਿਆ, ਉਹ 18,000 ਦੇ ਕਰੀਬ ਰਹਿ ਗਈ। 12,000 ਬੱਚਾ ਜੋ ਸਾਡੇ ਸਿੱਖ ਇੰਸਟੀਟਿਊਸ਼ਨਸ ਨਿਕਲ ਗਿਆ, ਬੱਚਾ ਪੜ੍ਹ ਨਹੀਂ ਰਿਹਾ। ਔਰ ਅਫਸੋਸ ਦੀ ਗੱਲ ਹੈ ਕਿ ਸਾਡੇ ਸਿੱਖ ਪਰਿਵਾਰ, ਸਿੱਖ ਬੱਚੇ ਹੋਰ GHBS ਐਡਮਿਸ਼ਨ ਨਹੀਂ ਲੈ ਰਹੇ। ਇਹਦਾ ਮਤਲਬ ਸਾਡਾ ਐਜੂਕੇਸ਼ਨ ਦਾ ਪੱਧਰ ਬਹੁਤ ਥੱਲੇ ਗਿਰ ਗਿਆ। ਫਿਰ ਦੇਖੋ ਇੱਕ ਹੋਰ ਨਵੀਂ ਪ੍ਰੋਬਲਮ, ਟੀਚਰਸ ਦੀ ਸੈਲਰੀ ਨਹੀਂ ਮਿਲ ਰਹੀ, ਟੀਚਰਸ ਦੇ PF ਫੰਡ ਕੱਟੇ ਜਾ ਰਹੇ ਹਨ। ਉਹਨਾਂ ਨੂੰ ਕੋਈ ਟੀਚਰ ਰਿਟਾਇਰ ਹੋ ਰਿਹਾ, ਉਹਨਾਂ ਦੀ ਜੋ ਵੀ PF ਔਰ ਜੋ ਵੀ ਉਹਨਾਂ ਦੀ ਪੈਸੇ ਨੇ ਉਹ ਕਈ ਹਿਸਾਬ ਉਹਨਾਂ ਨੂੰ ਨਹੀਂ ਮਿਲਦੇ। ਇਸ ਦੇ ਨਾਲ ਤੁਸੀਂ ਹੋਰ ਅੱਗੇ ਆਓ ਸੰਗਤ ਜੀ ਕਿ ਬੜੀ ਸਾਰੀ ਪ੍ਰੋਬਲਮਸ ਨੇ, ਤੁਹਾਨੂੰ ਜੋ ਗਿਣਾ ਰਿਹਾ ਪੁਆਇੰਟ ਬੋ ਪੁਆਇੰਟ ਗਿਣਾ ਰਿਹਾ। ਫਿਰ ਦੇਖੋ ਇਹਨਾਂ ਨੇ ਠੱਗੀਆਂ ਕੀਤੀਆਂ। ਹੁਣ ਮੈਨੂੰ ਕਹਿਣਾ ਪਏਗਾ ਟੈਂਟ ਦੀ, ਕਿਤਾਬ ਦੀ, ਇਹਦੇ ਵਿੱਚ ਮਨਜੀਤ ਸਿੰਘ ਜੀਕੇ ਵੀ ਨਾਲ ਇਨਵੋਲਵ ਨੇ। ਸਿਰਸਾ ਜੀ ਕਹਿ ਰਹੇ ਨੇ 2 ਸਾਲ ਬੇਮਿਸਾਲ, 6 ਸਾਲ ਤੇ ਮੈਂ ਰਿਹਾ ਨਹੀਂ। ਅਰੇ ਭਾਈ, ਜਨਰਲ ਸੈਕਟਰੀ ਔਰ ਪ੍ਰਧਾਨ ਦੀ ਇਕੁਅਲ ਡਿਊਟੀ ਹੁੰਦੀ ਹੈ। ਕੋਈ ਵੀ ਬਿੱਲ ਪਾਸ ਹੋਏਗਾ, ਪਹਿਲੀ ਗੱਲ ਤਾਂ ਐਗਜ਼ੀਕਿਊਟਿਵ ਬਿੱਲ ਪਾਸ ਕਰਦੀ ਹੈ, ਲੇਕਿਨ ਤੁਸੀਂ ਐਗਜ਼ੀਕਿਊਟਿਵ ਨੂੰ ਦਰਕਿਨਾਰ ਕਰਤਾ। ਇੱਕ ਪ੍ਰਧਾਨ ਬਣ ਗਿਆ, ਇੱਕ ਜਨਰਲ ਸੈਕਟਰੀ ਬਣ ਗਿਆ, ਇੱਕ ਬੜੇ ਮੀਆਂ, ਇੱਕ ਛੋਟੇ ਮੀਆਂ। ਤੇ ਬੜੇ ਮੀਆਂ ਵੀ ਸਾਈਨ ਕਰਕੇ ਖਾ ਰਹੇ ਸਨ, ਛੋਟੇ ਮੀਆਂ ਵੀ ਸਾਈਨ ਕਰਕੇ ਖਾ ਰਹੇ ਸਨ। ਉਹ ਜੇ 6 ਸਾਲ ਦਾ ਜੋ ਹੋਰ ਹਿਸਾਬ ਹੈ ਉਹ ਕੌਣ ਦੇਗਾ? ਬਲ ਤੁਹਾਨੂੰ ਦੇਣਾ ਪਏਗਾ। ਇਹਦੇ ਨਾਲ ਤੁਸੀਂ ਹੋਰ ਸੰਗਤ ਜੀ ਅੱਗੇ ਆ ਜਾਓ। ਜੋ ਗੁਰਦੁਆਰਿਆਂ ਦੀ ਰੱਖ ਰਖਾਓ ਦੀ ਜੋ ਇੱਕ ਸਿਸਟਮ ਸੀ, ਉਹ ਸਿਸਟਮ ਇਹਨਾਂ ਨੇ ਸਾਰਾ ਖਰਾਬ ਕਰਤਾ। ਉਹਦੇ ਵਿੱਚ ਕੋਈ ਵੀ ਇਹਨਾਂ ਦੀ ਪੰਕਚੁਅਲਿਟੀ ਨਹੀਂ ਹੈ। ਤੀਸਰੇ ਪਾਸੇ ਆ ਜਾਓ, ਜੋ ਸਟਾਫ ਹੈ, ਸਟਾਫ ਬੜਾ ਦੁਖੀ ਹੈ ਇਹਨਾਂ ਤੋਂ। ਸਟਾਫ ਵੀ ਕੋਈ ਤਨਖਾਹ ਨਹੀਂ ਮਿਲੀ। ਹੁਣ ਦੇਖੋ 6 ਪੇ ਕਮਿਸ਼ਨ ਜੋ ਆਇਆ, ਉਸ ਕਮਿਸ਼ਨ ਨੂੰ ਇਹਨਾਂ ਨੇ ਬੜਾ ਇੰਪਲੀਮੈਂਟ ਠੀਕ ਨਹੀਂ ਕੀਤਾ। ਹੁਣ ਤਾਂ ਚਲੋ 7th ਪੇ ਕਮਿਸ਼ਨ ਆ ਗਿਆ, 6th ਪੇ ਕਮਿਸ਼ਨ ਨੂੰ ਵੀ ਇੰਪਲੀਮੈਂਟ ਠੀਕ ਨਹੀਂ ਕਰ ਪਾਏ। ਹੁਣ ਇੱਕ ਹੋਰ ਸਾਧ ਸੰਗਤ ਜੀ ਪੁਆਇੰਟ ਹੈਗਾ, ਦੇਖੋ ਮੈਂ ਸਾਰੇ ਪੁਆਇੰਟ ਤਾਂ ਤੁਹਾਨੂੰ ਗਿਣਾ ਰਿਹਾ ਕਿ ਸੰਗਤਾਂ ਨੂੰ ਚਾਨਣ ਹੋਏ ਕਿ ਜਿਹੜਾ ਇਹਨਾਂ ਨੇ ਜੁਮਲਾ ਮਾਰਿਆ 2 ਸਾਲ ਬੇਮਿਸਾਲ, ਮੈਨੂੰ ਲੱਗਦਾ ਕਿ ਇਹ ਇੱਕ ਬੜਾ ਵੱਡਾ ਧੋਖਾ ਸੰਗਤ ਨਾਲ ਕਰ ਰਹੇ ਹਨ। ਹੁਣ ਦੇਖੋ ਸੰਗਤ ਜੀ, ਇੱਕ ਹੋਰ ਤੁਹਾਨੂੰ ਮੈਂ ਬਹੁਤ ਵੱਡੀ ਗੱਲ ਦੱਸਾਂ ਕਿ ਹੁਣ ਤੱਕ ਕੋਈ ਆਡਿਟ ਨਹੀਂ ਹੋਇਆ ਦਿੱਲੀ ਕਮੇਟੀ ਦਾ, ਸਾਰੀਆਂ ਠੱਗੀਆਂ ਹੋਈਆਂ ਔਰ ਇਹ ਦੋਨੋਂ ਇਕੱਠੇ ਮਿਲੇ ਰਹੇ। ਇਸ ਤੋਂ ਪਹਿਲਾਂ ਵੀ ਜਿਹੜੀ ਸਾਧ ਸੰਗਤ ਜੀ ਜੋ ਚੋਰੀਆਂ ਹੋਈਆਂ, ਜੋ ਠੱਗੀਆਂ ਹੋਈਆਂ, ਜੋ ਕੰਮ ਖਰਾਬ ਹੋਇਆ, ਉਹਦੇ ਬਾਰੇ ਵੀ ਇਹਨਾਂ ਕੋਲ ਕੋਈ ਪ੍ਰੋਪਰ ਜਵਾਬ ਨਹੀਂ ਸੀ। ਉਹਦੇ ਬਾਰੇ ਵੀ ਇਹ ਜਵਾਬ ਨਹੀਂ ਦੇ ਸਕੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਰਸਾ ਜੀ, ਮੈਂ ਤੁਹਾਨੂੰ ਬਾਰ-ਬਾਰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜੋ 2 ਸਾਲ ਬੇਮਿਸਾਲ ਦੀ ਗੱਲਾਂ ਕਰ ਰਹੇ ਹੋ, ਇਹ ਕਿਉਂ ਕਰ ਰਹੇ ਹੋ? ਤੁਸੀਂ ਸੰਗਤਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਤੁਸੀਂ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ। ਇੱਕ ਹੋਰ ਪੁਆਇੰਟ ਸੰਗਤ ਜੀ ਮੈਂ ਤੁਹਾਨੂੰ ਜੋੜਾਂ ਕਿ ਜੋ ਇਹਨਾਂ ਨੇ ਸੋਸ਼ਲ ਮੀਡੀਆ ਦਾ ਖਰਚਾ ਕਰ ਰਹੇ ਨੇ ਸਿਰਸਾ ਸਾਹਿਬ,
ਉਹਦਾ ਵੀ ਹਿਸਾਬ ਦੇਣ ਕਿ ਉਹ ਪੈਸਾ ਦਿੱਲੀ ਕਮੇਟੀ ਦਾ ਹੈ ਕਿ ਤੁਹਾਡੇ ਪਰਸਨਲ ਪਾਕਟ ਤੋਂ ਤੁਸੀਂ ਪੈਸਾ ਖਰਚ ਕਰ ਰਹੇ ਹੋ। ਇਹ ਬਿਲਕੁਲ ਹਿਸਾਬ ਦਿਓ। ਜੋ ਐਨਡੀਟੀਵੀ ਨੂੰ ਤੁਸੀਂ ਪੇਮੈਂਟ ਕੀਤੀ ਉਹਦਾ ਵੀ ਹਿਸਾਬ ਦਿਓ, ਉਹ ਪੈਸਾ ਕਿੱਥੋਂ ਆਇਆ, ਕਿਵੇਂ ਗਿਆ। ਇਹਦੇ ਨਾਲ ਇੱਕ ਪੁਆਇੰਟ ਸੰਗਤ ਜੀ ਹੋ ਰਿਹਾ, ਅਗਰ ਤੁਹਾਡੇ ਇਲਾਕੇ 'ਚ ਸਿਰਸਾ ਜੀ ਦੀ ਟੀਮ ਕੋਈ ਆਏ ਤਾਂ ਉਹਨਾਂ ਨੂੰ ਇਹ ਪੁੱਛੋ, ਕਿਉਂਕਿ ਔਨ ਰਿਕਾਰਡ ਸਿਰਸਾ ਜੀ ਨੇ ਗੱਲ ਕਹੀ ਕਿ ਸਾਡੇ ਕੋਲ 28 ਕਰੋੜ ਰੁਪਈਆ ਕਰੋਨਾ ਕਾਲ ਵਿੱਚ ਆਇਆ। ਉਸ 28 ਕਰੋੜ ਦਾ ਕੀ ਹਿਸਾਬ ਹੈ, ਤੁਸੀਂ ਉਹ ਵੀ ਹਿਸਾਬ ਦਿਓ। ਸੋ ਮੇਰੇ ਕਹਿਣ ਦਾ ਮਤਲਬ ਸੰਗਤ ਜੀ ਇੰਨਾ ਹੈ ਕਿ ਇੰਨੇ ਸਾਰੇ ਤੁਹਾਨੂੰ ਪੁਆਇੰਟ ਗਿਣਾਏ ਨੇ ਜੋ ਇਹ ਕਹਿ ਰਹੇ ਨੇ ਕਿ 2 ਸਾਲ ਬੇਮਿਸਾਲ। ਪਹਿਲਾਂ ਤਾਂ ਇਹ ਸ਼ਰਮਨਾਕ ਗੱਲ ਹੈ ਕਿ ਤੁਸੀਂ 8 ਸਾਲ ਤੋਂ ਸੇਵਾ ਨਿਭਾ ਰਹੇ ਹੋ। ਮੈਂ ਤਾਂ ਕਹਿੰਦਾ ਤੁਸੀਂ ਰਾਜ ਕਰ ਰਹੇ ਹੋ, ਸੇਵਾ ਨਹੀਂ ਨਿਭਾ ਰਹੇ। ਅਗਰ ਤੁਸੀਂ ਸੇਵਾ ਨਿਭਾਈ ਹੁੰਦੀ ਤੇ ਗੁਰੂ ਘਰ ਦੇ ਇਹ ਹਾਲਾਤ ਨਾ ਹੁੰਦੇ, ਸਟਾਫ ਨੂੰ ਸੈਲਰੀ ਟਾਈਮ ਨਾਲ ਮਿਲਦੀ, ਸਟਾਫ ਦੇ PF ਟਾਈਮ ਨਾਲ ਮਿਲਦੇ, ਹੋਰ ਜੋ ਵੀ ਜ਼ਰੂਰਤਾਂ ਨੇ। ਇੱਕ ਹੋਰ ਗੱਲ ਸਿਰਸਾ ਜੀ ਤੁਹਾਨੂੰ ਮੈਂ ਪੁੱਛਣੀ ਚਾਹੁੰਦਾ, ਜਿਹੜੀ ਪਿਛਲੇ ਦਿਨੀ 3-4 ਵਾਰ ਤੁਹਾਡੀਆਂ ਗੱਡੀਆਂ ਫੜੇ ਗਈਆਂ, ਤੁਸੀਂ ਗੁਰੂ ਘਰ ਦੇ ਆਟੇ ਰਾਸ਼ਨ ਬਾਹਰ ਵੇਚ ਰਹੇ ਹੋ, ਉਹਦਾ ਵੀ ਕੋਈ ਹਿਸਾਬ ਦੇ ਦਿਓ। ਸੋ ਸੰਗਤ ਜੀ ਇਹਨਾਂ ਕੋਲ ਇਹ ਗੱਲਾਂ ਦਾ ਕੋਈ ਜਵਾਬ ਨਹੀਂ ਹੈ। ਹੁਣ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਦੋਂ ਵੀ ਤੁਹਾਡੇ ਕੋਲ ਆਉਣ, ਇਹ ਜਦੋਂ ਬੋਲਣ 2 ਸਾਲ ਬੇਮਿਸਾਲ, ਤੁਸੀਂ ਇਹ ਜ਼ਰੂਰ ਪੁੱਛਣਾ ਹੈ ਕਿ ਬਈ 6 ਸਾਲ ਕਿੱਥੇ ਗਏ। ਤੁਸੀਂ ਕੁੱਲ ਮਿਲਾ ਕੇ 8 ਸਾਲ ਦਾ ਹਿਸਾਬ ਦਿਓ। ਇਹ ਸੰਗਤ ਜੀ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋ, ਕਿਉਂਕਿ ਇਹਨਾਂ ਨੇ ਦੇਖੋ ਗੁਰੂ ਘਰ ਨੂੰ ਇੱਕ ਤਰੀਕੇ ਨਾਲ ਇਹਨਾਂ ਨੇ ਵਪਾਰ ਦਾ ਅੱਡਾ ਬਣਾ ਲਿਆ ਹੈ। ਸੋ ਅਗਰ ਹੱਥਕੀ ਵੀ ਅਸੀਂ ਇਹਨਾਂ ਨੂੰ ਨਾ ਹਟਾਇਆ ਤੇ ਬਹੁਤ ਦੇਰ ਹੋ ਜਾਏਗੀ। ਔਰ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਦੇਰ ਨਾ ਕਰੋ। ਹੁਣ ਤੁਸੀਂ ਇਸ ਦੇਰੀ ਨੂੰ ਬਹੁਤ ਕੰਮ ਖਤਮ ਕਰੋ ਇਹਨਾਂ ਦਾ, ਔਰ ਨਵੇਂ ਚਿਹਰੇ ਨਵੇਂ ਲੋਕ ਲੈ ਕੇ ਆਓ ਤਾਂ ਕਿ ਗੁਰੂ ਘਰ ਦੀ ਸੇਵਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।